ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN ਟੀਵੀ ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 205 ਦੇ ਉੱਪਰ ਅੰਕਿਤ ਗੌੜੀ ਰਾਗ ਦੀ ਬਾਣੀ ਚੱਲ ਰਹੀ ਹੈ। ਪੰਚਮ ਪਾਤਸ਼ਾਹ ਦੇ ਸ਼ਬਦ ਚੱਲ ਰਹੇ ਹਨ। ਪੰਜਵੇਂ ਪਾਤਸ਼ਾਹ ਦਾ 123ਵਾਂ ਸ਼ਬਦ ਵਾਹਿਗੁਰੂ, 123ਵਾਂ ਸ਼ਬਦ ਅੱਜ ਸ਼ੁਰੂ ਹੋ ਰਿਹਾ ਹੈ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੀ ਜ਼ਿੰਦਗੀ ਦਾ ਅਧਿਆਤਮਿਕ ਐਕਸਪੀਰੀਅੰਸ, ਸਪਿਰਿਚੁਅਲ ਐਕਸਪੀਰੀਅੰਸ, ਅਧਿਆਤਮਿਕ ਤਜਰਬਾ ਸਾਹਮਣੇ ਰੱਖ ਰਹੇ ਨੇ। ਐਸੋ ਪਰਚੋ ਪਾਇਓ, ਸਤਿਗੁਰੂ ਜੀ ਕਹਿੰਦੇ ਮੇਰਾ ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਐਸਾ ਪਰਚ ਗਿਆ, ਐਸਾ ਰਚ ਗਿਆ, ਹਰ ਵੇਲੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜਿਆ ਰਹਿੰਦਾ ਹੈ। ਪਰਚੋ ਦੇ ਅਰਥ ਹੈ ਭਰਚ ਗਿਆ, ਭਿੱਜ ਗਿਆ, ਭਿੱਜਿਆ ਰਹਿੰਦਾ ਹੈ। ਇਹ ਦਾਤ ਕਿਵੇਂ ਮਿਲੀ ਸਾਨੂੰ ਸਿਖਾ ਰਹੇ ਨੇ। ਕਰੀ ਕਿਰਪਾ ਦਇਆਲ ਬੀਠੁਲੈ, ਸਤਿਗੁਰ ਮੁਝੈ ਬਤਾਇਓ। ਦੋ ਚੀਜ਼ਾਂ, ਇੱਕ ਤੇ ਦਇਆਲੂ ਵਾਹਿਗੁਰੂ ਜੀ ਦੀ ਕਿਰਪਾ, ਦੂਸਰਾ ਗੁਰੂ ਸਾਹਿਬਾਨਾਂ ਦੀ ਜੋ ਆਵਾਜ਼ ਸਤਿਗੁਰ ਸਰੂਪ ਹੈ, ਜੋ ਸੱਚਾ ਗਿਆਨ ਹੈ, ਉਸਨੇ ਮੈਨੂੰ ਦੱਸਿਆ, ਮੁਝੇ ਬਤਾਇਓ ਕਿ ਜਿਉਣਾ ਕਿਵੇਂ। ਆਖੋ ਵਾਹਿਗੁਰੂ। ਅੰਦਰਲੀਆਂ ਭਾਵਨਾਵਾਂ ਕਿਸ ਤਰ੍ਹਾਂ ਹੋਣ, ਅੰਦਰਲੇ ਵਿਚਾਰ ਕਿਸ ਤਰ੍ਹਾਂ ਹੋਣ, ਸੋਚ ਸੁਭਾਅ ਕਿਸ ਤਰ੍ਹਾਂ ਦਾ ਹੋਵੇ, ਮਨ ਦੀ ਦਿਸ਼ਾ ਕਿੱਧਰ ਨੂੰ ਹੋਵੇ। ਜਦੋਂ ਆਪਾਂ ਕਹਿੰਦੇ ਹਾਂ ਨਾ ਗੁਰਬਾਣੀ ਜੀਵਨ ਜੁਗਤ ਹੈ, ਇਹ ਗੱਲ ਯਾਦ ਰੱਖਿਓ। ਅਸੀਂ ਆਮ ਤੌਰ 'ਤੇ ਜੀਵਨ ਜੋ ਸਾਡੀ ਐਕਸਟਰਨਲ ਲਾਈਫ ਹੈ ਨਾ, ਬਾਹਰਲਾ ਜੀਵਨ, ਇਹਨੂੰ ਜੀਵਨ ਸਮਝੀ ਜਾਂਦੇ ਹਾਂ। ਐਕਚੁਅਲੀ ਜੀਵਨ ਜੁਗਤ ਅੰਦਰਲੇ ਜੀਵਨ ਦੀ ਜੁਗਤ ਹੈ। ਅੰਦਰ ਸਾਡੇ ਜਜ਼ਬੇ ਨੇ, ਸਾਡੀਆਂ ਭਾਵਨਾਵਾਂ ਨੇ, ਸਾਡੀ ਲਗਨ ਹੈ, ਮਨ ਦੀ ਦਿਸ਼ਾ ਹੈ, ਸੋਚ ਦੀ ਦਿਸ਼ਾ ਹੈ, ਸਾਡਾ ਨਜ਼ਰੀਆ ਹੈ, ਸਾਡਾ ਸੁਭਾਅ ਹੈ, ਸਾਡੀ ਸੋਚ ਹੈ। ਉਹ ਜੋ ਅੰਦਰ ਸਾਰਾ ਕੁਛ ਹੈ ਨਾ, ਉਹਦੀ ਜੁਗਤ ਹੈ। ਆਖੋ ਵਾਹਿਗੁਰੂ। ਤੇ ਸਤਿਗੁਰ ਸੱਚੇ ਪਾਤਸ਼ਾਹ ਜੋ ਵੀ ਉਪਦੇਸ਼ ਕਰਦੇ ਨੇ, ਉਹ ਸਾਰਾ ਸਾਡੇ ਅੰਦਰਲੇ ਜੀਵਨ ਨਾਲ ਸੰਬੰਧਿਤ ਹੁੰਦਾ ਹੈ। ਇਸ ਲਈ ਸੋਚ ਤੇ ਸੁਭਾਅ ਨੂੰ ਫੋਕਸ ਕੀਤਾ ਗਿਆ ਹੈ। ਤੇ ਗੁਰੂ ਪਾਤਸ਼ਾਹ ਦੇ ਸੱਚੇ ਗਿਆਨ ਨੇ, ਸਤਿਗੁਰ ਸਰੂਪ ਨੇ ਦੱਸਿਆ ਤੇ ਵਾਹਿਗੁਰੂ ਜੀ ਨੇ ਕਿਰਪਾ ਕੀਤੀ। ਇਹ ਰਹਾਉ ਪਦਾ ਹੈ, ਰਹਾਉ ਸੈਂਟਰਲ ਆਈਡੀਆ ਹੈ। ਇਹਦਾ ਮਤਲਬ ਗੁਰੂ ਪਾਤਸ਼ਾਹ ਤੋਂ ਸਿੱਖਣਾ ਤੇ ਵਾਹਿਗੁਰੂ ਜੀ ਤੇ ਓਟ ਰੱਖਣੀ, ਗੁਰੂ ਸਾਹਿਬ ਤੇ ਓਟ ਰੱਖਣੀ, ਬਖਸ਼ਿਸ਼ ਵਾਹਿਗੁਰੂ ਜੀ ਦੀ ਹੋਣੀ। ਉਦਮ ਗੁਰਸਿੱਖ ਨੇ ਕਰਨਾ ਹੈ,
ਸੱਚਾ ਗਿਆਨ ਗੁਰੂ ਪਾਤਸ਼ਾਹ ਨੇ ਦੇਣਾ ਹੈ, ਬਖਸ਼ਿਸ਼ ਵਾਹਿਗੁਰੂ ਜੀ ਦੀ ਹੋਣੀ ਹੈ। ਫਿਰ ਜਦੋਂ ਮਨ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜਿਆ ਰਹਿੰਦਾ ਹੈ, ਫਿਰ ਮਹਿਸੂਸ ਹੁੰਦਾ ਹੈ, ਜਤ ਕਤ ਦੇਖਾਂ ਤਤ ਤਤ ਤੁਮ ਹੀ, ਮੋਹ ਇਹ ਵਿਸ਼ਵਾਸ ਹੋਇ ਆਇਓ। ਮੈਨੂੰ ਇੱਕ ਵਿਸ਼ਵਾਸ ਵੱਜ ਗਿਆ। ਉਸ ਵਿਸ਼ਵਾਸ ਵਿੱਚੋਂ ਦੋ ਚੀਜ਼ਾਂ ਨਿਕਲੀਆਂ, ਅਭਿਆਸ, ਅਹਿਸਾਸ। ਮੈਨੂੰ ਅਹਿਸਾਸ ਹੋ ਗਿਆ, ਵਾਹਿਗੁਰੂ ਜੀ ਨੇ ਵਿਸ਼ਵਾਸ ਦਿੱਤਾ। ਉਸ ਅਹਿਸਾਸ ਦੇ ਵਿੱਚੋਂ ਇੱਦਾਂ ਮਹਿਸੂਸ ਹੁੰਦਾ ਹੈ ਕਿ ਜਿੱਧਰ ਵੀ ਦੇਖਾਂ ਵਾਹਿਗੁਰੂ ਜੀ ਤੁਸੀਂ ਹੀ ਦਿਸਦੇ ਹੋ। ਜਤ ਕਤ ਦੇਖੋ ਤਤ ਤੁਮ ਹੀ, ਤੁਸੀਂ ਹੀ ਹਰ ਵਰਤਾਰੇ ਵਿੱਚ ਸੱਚਾ ਗਿਆਨ ਬਣ ਕੇ ਬੈਠੇ ਹੋ। ਵਾਹਿਗੁਰੂ ਜੀ, ਤੁਸੀਂ ਹਰ ਵਰਤਾਰੇ ਵਿੱਚ ਨਿਯਮ ਬਣ ਕੇ ਬੈਠੇ ਹੋ, ਹਰ ਇੱਕ ਦੇ ਅੰਦਰ ਗੁਣ ਬਣ ਕੇ ਬੈਠੇ ਹੋ। ਵਾਹਿਗੁਰੂ ਜੀ, ਜਿੱਧਰ ਵੀ ਦੇਖਦਾ ਹਾਂ ਤੁਹਾਡੇ ਹੀ ਦੀਦਾਰ ਹੁੰਦੇ ਹਨ। ਆਖੋ ਵਾਹਿਗੁਰੂ। ਕਹਿ ਪਹਿ ਕਰੋ ਅਰਦਾਸ ਬੇਨਤੀ, ਜੋ ਸੁਨ ਤੋਂ ਹੈ ਰਗੁਰਾਇਓ। ਵਾਹਿਗੁਰੂ ਜੀ, ਤੁਸੀਂ ਤਾਂ ਦਿਲਾਂ ਦੀਆਂ ਜਾਣਨਹਾਰ ਹੋ। ਤੁਸੀਂ ਤੇ ਮੁਖ ਵਿੱਚ ਬੋਲੇ ਹੋਏ ਤੇ ਦੂਰ ਦੀ ਬਾਤ ਹੈ, ਅੰਦਰਲੀਆਂ ਭਾਵਨਾਵਾਂ ਵੀ ਸੁਣਦੇ ਹੋ। ਤੁਸੀਂ ਮੇਰੇ ਅੰਦਰ ਜੋਤ ਬਣ ਕੇ ਬੈਠੇ ਹੋ। ਵਾਹਿਗੁਰੂ ਜੀ, ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਕੋਲੇ ਆਪਣਾ ਦੁੱਖ ਕੀ ਪ੍ਰਗਟ ਕਰਾਂ? ਕਿਉਂਕਿ ਦੁਨੀਆ ਨੂੰ ਜਦੋਂ ਤੁਸੀਂ ਦੁੱਖ ਦੱਸੋਗੇ ਨਾ, ਹਰ ਬੰਦਾ ਆਪਣੇ ਸੋਚ ਸੁਭਾਅ ਵਿੱਚੋਂ ਦੀ ਦੇਖਦਾ ਹੈ। ਉਹ ਤੁਹਾਡੇ ਜਜ਼ਬਿਆਂ ਨੂੰ, ਤੁਹਾਡੇ ਵਿਜ਼ਨ ਨੂੰ, ਤੁਹਾਡੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦਾ। ਜਿੱਥੋਂ ਕੁ ਤੱਕ ਉਹਦੀ ਆਪਣੀ ਸੋਚ ਦਾ, ਸੁਭਾਅ ਦਾ, ਉਹਦੀ ਜ਼ਿੰਦਗੀ ਦੇ ਤਜਰਬੇ ਦਾ ਲੈਵਲ ਹੁੰਦਾ ਹੈ, ਉੱਥੋਂ ਕੁ ਤੱਕ ਹੀ ਉਹ ਸਮਝੇਗਾ, ਇਸ ਤੋਂ ਅੱਗੇ ਨਹੀਂ। ਕਿਸ ਦੇ ਕੋਲ ਮੈਂ ਕਿਉਂ ਦੱਸਾਂ ਕਿਸੇ ਦੇ ਕੋਲ? ਕਿਉਂਕਿ ਕੌਣ ਸਮਝਣ ਵਾਲਾ ਹੈ ਤੁਸੀਂ ਜਾਣਦੇ ਹੋ। ਵਾਹਿਗੁਰੂ ਜੀ, ਤੁਹਾਡੇ ਅੱਗੇ ਹੀ ਮੇਰੀ ਸਦਾ ਅਰਦਾਸ ਹੁੰਦੀ ਹੈ। ਲਹਿਓ ਸਹਸਾ ਬੰਧਨ ਗੁਰ ਤੋਰੇ, ਤਾਂ ਸਦਾ ਸਹਿਜ ਸੁਖ ਪਾਇਓ। ਵਾਹਿਗੁਰੂ ਜੀ, ਜਦੋਂ ਗੁਰੂ ਪਾਤਸ਼ਾਹ ਦੇ ਗੁਰ ਸਰੂਪ ਨੇ, ਗੁਰੂ ਦੇ ਉਪਦੇਸ਼ ਨੇ ਸੋਚ ਤੇ ਸੁਭਾਅ ਦੀ ਪੜਚੋਲ ਕਰਾਈ, ਸੋਚ ਨੂੰ, ਸੁਭਾਅ ਨੂੰ ਗੁਰ ਸਰੂਪ ਨੇ, ਗੁਰੂ ਦੇ ਉਪਦੇਸ਼ ਨੇ ਸੰਵਾਰਨਾ, ਸ਼ਿੰਗਾਰਨਾ ਸਿਖਾਇਆ। ਆਦਤਾਂ ਦੇ ਬੰਧਨ ਟੁੱਟ ਗਏ ਤੇ ਦੁਨੀਆ ਦੇ ਤੌਖਲੇ, ਚਿੰਤਾ ਖਤਮ ਹੋ ਗਈ। ਸਹਿਸਾ ਅੰਦਰ ਇੱਕ ਸਦਾ ਸਦੀਵੀ ਅਡੋਲਤਾ ਮਿਲ ਗਈ ਤੇਰੇ ਮਾਰਗ ਤੇ ਤੁਰਨ ਦੀ। ਲਹਿਓ ਸਹਿਸਾ, ਸ਼ੰਕਾ ਦੂਰ ਹੋ ਗਿਆ, ਭੁਲੇਖੇ ਦੂਰ ਹੋ ਗਏ, ਤੌਖਲੇ ਚਿੰਤਾਵਾਂ ਦੂਰ ਹੋ ਗਈਆਂ। ਬੰਧਨ ਗੁਰ ਤੋਰੇ, ਗੁਰ ਸਰੂਪ ਨੇ ਬੰਧਨ ਤੋੜ ਦਿੱਤੇ, ਆਦਤਾਂ ਦੇ ਬੰਧਨ। ਤਾਂ ਸਦਾ ਸਹਿਜ, ਸਦਾ ਹੀ ਅਡੋਲਤਾ ਵਿੱਚ ਜਿਉਣਾ ਆ ਗਿਆ। ਸੁਖ ਪਾਇਓ, ਆਤਮਿਕ ਸੁਖ ਮਿਲ ਗਿਆ। ਹੋਣਾ ਸਾ ਸੋਈ ਫੁਨ ਹੋਸੀ, ਸੁਖ ਦੁੱਖ ਕਹਾਂ ਦਿਖਾਇਓ। ਵਾਹਿਗੁਰੂ ਜੀ, ਮੇਰੇ ਗੁਰੂ ਨੇ ਸਮਝਾ ਦਿੱਤਾ ਕਿ ਤੁਹਾਡਾ ਨਿਜ਼ਮ ਚੱਲ ਰਿਹਾ ਹੈ, ਤੁਹਾਡੇ ਨਿਜ਼ਮ ਤੋਂ ਬਾਹਰ ਕੋਈ ਵੀ ਨਹੀਂ। ਜੋ ਨਿਜ਼ਮ ਵਿੱਚ ਹੋਣਾ ਹੈ ਉਹ ਤੁਹਾਨੂੰ ਪਾਉਂਦਾ ਹੈ, ਤੇ ਜੋ ਤੁਹਾਨੂੰ ਪਾਉਂਦਾ ਹੈ ਉਹਦੇ ਵਿੱਚ ਕਿਸੇ ਦਾ ਦਖਲ ਨਹੀਂ ਹੋ ਸਕਦਾ। ਤੁਹਾਡੇ ਨਿਯਮ ਅਨੁਸਾਰ ਸਭ ਕੁਝ ਹੋ ਰਿਹਾ ਹੈ। ਫਿਰ ਸੁੱਖ ਤੇ ਦੁੱਖ ਵਾਲੀ ਕਿਹੜੀ ਬਾਤ ਹੈ? ਇਹ ਸਭ ਤੇਰੇ ਨਿਯਮ ਦੇ ਵਿੱਚ ਤੇਰੀਆਂ ਦਾਤਾਂ ਨੇ। ਆਖੋ ਵਾਹਿਗੁਰੂ। ਨਾ ਕੋਈ ਦੁਨੀਆ ਦਾ ਦੁੱਖ ਇਸ ਮਾਰਗ ਤੋਂ ਤੋੜ ਸਕਦਾ ਹੈ, ਤੇ ਨਾ ਹੀ ਦੁਨਿਆਵੀ ਸੁੱਖਾਂ ਦੇ ਵਿੱਚ ਉਲਝ ਕੇ ਇਸ ਮਾਰਗ ਤੋਂ ਗੁਰੂ ਕੇ ਪਿਆਰੇ ਟੁੱਟਦੇ ਨੇ। ਵਾਹਿਗੁਰੂ ਜੀ, ਤੁਹਾਡੇ ਨਿਜ਼ਮ ਦੀ ਜਦੋਂ ਸੋਝੀ ਆ ਜਾਂਦੀ, ਗੁਰੂ ਪਾਤਸ਼ਾਹ ਜਦੋਂ ਅੰਦਰ ਉਪਦੇਸ਼ ਰਾਹੀਂ ਸੋਝੀ, ਪ੍ਰਗਾਸ਼ ਬਖਸ਼ ਦਿੰਦੇ ਨੇ, ਫਿਰ ਸੁੱਖਾਂ ਤੇ ਦੁੱਖਾਂ ਦੀ ਅਸਲੀਅਤ ਸਮਝ ਆ ਜਾਂਦੀ ਹੈ। ਆਖੋ ਵਾਹਿਗੁਰੂ। ਖੰਡ ਬ੍ਰਹਮੰਡ ਕਾ ਏਕੋ ਠਾਣਾ, ਗੁਰ ਪਰਦਾ ਖੋਲ ਦਿਖਾਇਓ। ਗੁਰ ਪਰਦਾ ਖੋਲ ਦਿਖਾਇਓ। ਗੁਰ ਸਰੂਪ ਨੇ
ਭਰਮ ਦਾ ਪਰਦਾ ਖੋਲ ਦਿੱਤਾ। ਅਸਲੀਅਤ ਸਮਝ ਆ ਗਈ। ਖੰਡ ਬ੍ਰਹਿਮੰਡ ਕਾ ਏਕੋ ਠਾਣਾ। ਜਿਤਨੇ ਖੰਡ ਬ੍ਰਹਿਮੰਡ ਯੂਨੀਵਰਸ ਵਿੱਚ ਜੋ ਕੁਝ ਹੋ ਰਿਹਾ ਹੈ, ਵਾਹਿਗੁਰੂ ਜੀ, ਉਹ ਤੁਹਾਡੇ ਨਿਜ਼ਮ ਵਿੱਚ ਚੱਲ ਰਹੇ ਨੇ, ਤੁਹਾਡੇ ਕੰਟਰੋਲ ਵਿੱਚ ਚੱਲ ਰਹੇ ਨੇ। ਉਹਨਾਂ ਦਾ ਟਿਕਾਣਾ ਤੁਸੀਂ ਹੋ। ਤੁਸੀਂ ਹਰ ਥਾਂ ਤੇ ਨਿਜ਼ਮ ਬਣ ਕੇ, ਗਿਆਨ ਬਣ ਕੇ ਹੋ ਵਾਹਿਗੁਰੂ ਜੀ। ਤੁਹਾਡੇ ਤੋਂ ਬਿਨਾਂ ਕੋਈ ਹੋਰ ਟਿਕਾਣਾ ਨਹੀਂ। ਨੌ ਨਿਧ ਨਾਮ ਨਿਧਾਨ ਇਕ ਠਾਈ, ਤੋ ਬਾਹਰ ਕੈਠੈ ਜਾਇਓ। ਵਾਹਿਗੁਰੂ ਜੀ, ਜਦੋਂ ਤੁਹਾਡਾ ਟਿਕਾਣਾ, ਤੁਹਾਡਾ ਨਿਜ਼ਮ ਸਮਝ ਆ ਗਿਆ, ਫਿਰ ਪਤਾ ਲੱਗਿਆ ਦੁਨੀਆ ਦੇ ਜਿਤਨੇ ਵੀ ਖਜ਼ਾਨੇ ਨੇ, ਜਿਤਨਾ ਮਟੀਰੀਅਲਿਸਟਿਕ ਜਿਹੜੀਆਂ ਅਚੀਵਮੈਂਟਸ ਨੇ, ਨੌ ਨਿਧ, ਇਹ ਤੋਂ ਕਿਤੇ ਕੀਮਤੀ ਹੈ ਤੇਰੇ ਨਾਮ ਦਾ ਖਜ਼ਾਨਾ। ਵਾਹਿਗੁਰੂ ਜੀ, ਸਾਡੇ ਗਿਆਨ ਰੂਪੀ ਨਾਮ ਦਾ ਖਜ਼ਾਨਾ ਗੁਰੂ ਦੇ ਉਪਦੇਸ਼ ਰਾਹੀਂ ਮਿਲਦਾ ਹੈ। ਜਿਉਣ ਦੀ, ਅੰਦਰੋਂ ਜਿਉਣ ਦੀ ਜੁਗਤ ਆ ਜਾਵੇ, ਫਿਰ ਦੁਨੀਆ ਦੇ ਹਰ ਵਰਤਾਰੇ ਵਿੱਚੋਂ ਤੇਰੇ ਗਿਆਨ ਦਾ ਖਜ਼ਾਨਾ ਝਲਕਦਾ ਹੈ। ਫਿਰ ਤੇਰੇ ਧਿਆਨ ਦਾ ਖਜ਼ਾਨਾ ਜਦੋਂ ਹਿਰਦੇ 'ਚ ਵਸ ਜਾਂਦਾ ਹੈ, ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਪੈ ਪਾਵਨੀ, ਸ਼ੁਕਰਾਨਾ। ਤਾਂ ਬਾਹਰ ਕੈਠੇ ਜਾਇਓ। ਫਿਰ ਬਾਹਰ ਦੁਨਿਆਵੀ ਪ੍ਰਾਪਤੀਆਂ ਦੇ ਪਿੱਛੇ ਤੇਰੇ ਪਿਆਰੇ ਤਰਲੋ ਮੱਛੀ ਨਹੀਂ ਹੁੰਦੇ। ਆਖੋ ਵਾਹਿਗੁਰੂ। ਇੱਕ ਹੁੰਦਾ ਪ੍ਰਾਪਤੀਆਂ ਦੇ ਲਈ ਯਤਨ ਕਰਨਾ, ਧਿਆਨ ਦੇਣਾ। ਦੋ ਚੀਜ਼ਾਂ ਨੇ, ਪਰਿਵਾਰਕ ਲੋੜਾਂ ਨੇ, ਜ਼ਿੰਦਗੀ ਦੀਆਂ ਲੋੜਾਂ ਨੇ, ਉਹਦੇ ਲਈ ਪੈਸਾ ਕਮਾਉਣਾ, ਘਰ ਪਰਿਵਾਰ ਚਲਾਉਣਾ। ਇੱਕ ਹੁੰਦਾ ਉਹਦੇ ਲਈ ਤਰਲੋ ਮੱਛੀ ਹੋਣਾ, ਉਲਝੀ ਜਾਣਾ। ਦੋਨਾਂ 'ਚ ਫਰਕ ਇੱਕ ਸਮਝ ਲਿਓ। ਜਿਹਨੇ ਸਿਰਫ ਇਸ ਨੂੰ ਜ਼ਿੰਮੇਵਾਰੀਆਂ ਸਮਝ ਕੇ ਨਿਭਾਇਆ ਹੈ, ਉਹ ਜ਼ਿੰਦਗੀ ਦਾ ਬੈਲੈਂਸ ਬਣਾ ਕੇ ਰੱਖਦੇ ਨੇ। ਉਹ ਪਰਿਵਾਰ ਲਈ ਵੀ ਕਰਦੇ ਨੇ, ਗੁਰੂ ਦੀ ਕੌਮ ਲਈ ਵੀ ਕਰਦੇ ਨੇ, ਕਿਉਂਕਿ ਗੁਰੂ ਪੰਥ ਵੀ ਇੱਕ ਪਰਿਵਾਰ ਹੈ। ਉਹ ਆਪਣੇ ਬੱਚਿਆਂ ਲਈ ਵੀ ਕਰਦੇ ਨੇ, ਦੂਸਰਿਆਂ ਦੇ ਲਈ ਵੀ ਕਰਦੇ ਨੇ, ਸਮਾਜ ਦੇ ਲਈ ਪਰਉਪਕਾਰ ਵੀ ਕਰਦੇ ਨੇ, ਔਰ ਉਹ ਹਮੇਸ਼ਾ ਚਾਦਰ ਦੇਖ ਕੇ ਪੈਰ ਪਸਾਰਦੇ ਨੇ। ਜਿਹੜਾ ਦੁਨਿਆਵੀ ਪ੍ਰਾਪਤੀਆਂ ਲਈ ਤਰਲੋ ਮੱਛੀ ਹੋ ਜਾਂਦਾ ਹੈ, ਉਹ ਚਾਦਰ ਦੇਖ ਕੇ ਪੈਰ ਨਹੀਂ ਪਸਾਰਦਾ। ਉਹ ਕਰਜ਼ਿਆਂ ਦੀ ਪੰਡ ਦੇ ਹੇਠਾਂ ਐਸਾ ਦਬ ਜਾਂਦਾ ਹੈ, ਪਰਉਪਕਾਰ ਕਰਨਾ ਉਹਦੇ ਲਈ, ਉਹਦੇ ਵੱਸ ਦੀ ਖੇਡ ਨਹੀਂ ਲੱਗਦੀ। ਉਹਨੂੰ ਲੱਗਦਾ ਮੈਂ ਇਸ ਮਾਰਗ 'ਤੇ ਨਹੀਂ ਤੁਰ ਸਕਦਾ। ਇਸ ਲਈ ਜਿਹਨੂੰ ਇਹ ਸਮਝ ਆ ਗਈ, ਵਾਹਿਗੁਰੂ ਜੀ, ਤੁਹਾਡਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਜੋ ਖਜ਼ਾਨਾ ਹੈ ਨਾ, ਇਹੋ ਹੀ ਨਵਨਿਧੀ ਹੈ। ਦੁਨਿਆਵੀ ਪ੍ਰਾਪਤੀਆਂ ਤੋਂ ਕਿਤੇ ਵੱਡੀ ਪ੍ਰਾਪਤੀ ਹੈ, ਤੇ ਇਹੋ ਹੀ ਇੱਕ ਟਿਕਾਣਾ ਹੈ ਸਾਡੇ ਲਈ, ਇੱਕ ਠਾਈ। ਤੇ ਫਿਰ ਬਾਹਰ ਦੀਆਂ ਪ੍ਰਾਪਤੀਆਂ ਪਿੱਛੇ ਮੈਂ ਤਰਲੋ ਮੱਛੀ ਕਿਉਂ ਹੋਵਾਂ? ਤਾਂ ਬਾਹਰ ਕੈਠਾ ਜਾਏ, ਉਹਦੇ ਅਰਥ ਹੈ ਬਾਹਰਲੀਆਂ ਪ੍ਰਾਪਤੀਆਂ ਦੇ ਲਈ ਮੈਂ ਇਤਨੀ ਉਲਝਣ ਤਾਣੀ ਕਿਉਂ ਬਣਾਵਾਂ, ਇਤਨਾ ਕਿਉਂ ਉਲਝਾਂ ਕਿ ਤੇਰੇ ਮਾਰਗ ਤੇ ਨਾ ਨਿਭਿਆ ਜਾਵੇ। ਆਖੋ ਵਾਹਿਗੁਰੂ। ਏਕੈ ਕਨਕ ਅਨੇਕ ਬਹੁ ਭਾਂਤ। ਵਾਹਿਗੁਰੂ। ਏਕੈ ਕਨਕ ਅਨੇਕ ਭਾਂਤ ਸਾਜੀ, ਏਕੈ ਕਨਕ ਅਨੇਕ ਭਾਂਤ ਸਾਜੀ, ਬਹੁ ਪ੍ਰਕਾਰ ਰਚਾਇਓ। ਦੁਬਾਰੇ ਫਿਰ ਪੜ੍ਹ ਲਈਏ ਜੀ। ਏਕੈ ਕਨਕ ਅਨੇਕ ਭਾਂਤ ਸਾਜੀ, ਬਹੁ ਪ੍ਰਕਾਰ ਰਚਾਇਓ। ਕਨਕ ਹੁੰਦਾ ਸੋਨਾ, ਏਕੈ ਕਨਕ। ਸੋਨੇ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦੇ ਭਾਂਤੀ, ਅਨੇਕ ਭਾਂਤੀ, ਅਨੇਕਾਂ ਤਰ੍ਹਾਂ ਦੇ ਗਹਿਣੇ ਸੁਨਿਆਰ ਬਣਾਉਂਦਾ ਹੈ। ਬਹੁ ਪ੍ਰਕਾਰ ਦੇ ਨਾਲ ਉਹਦੀ ਰਚਨਾ ਰਚੀ ਜਾਂਦੀ ਹੈ। ਜੰਜੀਰੀ ਹੈ, ਜੰਜੀਰੀ ਵਿੱਚ ਛੋਟੇ ਛੋਟੇ ਕੁੰਡੇ ਨੇ। ਮੁੰਦਰੀ ਹੈ, ਮੁੰਦਰੀ ਦੇ ਉੱਪਰ ਨਗ ਜੜਨ ਵਾਸਤੇ ਜਗ੍ਹਾ ਰੱਖ ਦਿੱਤੀ ਹੈ, ਚਾਰ ਸਪੇਰੇ ਉਂਗਲੀ ਲਪੇਟਣ ਵਾਸਤੇ। ਉਹ ਜੋ ਕੁਝ ਵੀ ਹੈ, ਆਖਰਕਾਰ ਹੈ ਤਾਂ ਸੋਨਾ ਹੀ ਨਾ। ਇਸੇ ਤਰ੍ਹਾਂ ਕਹੋ ਨਾਨਕ ਭਰਮ ਗੁਰ ਖੋਈ ਹੈ, ਇਵ ਤਤੈ ਤਤ ਮਿਲਾਇਓ। ਇਸੇ ਤਰ੍ਹਾਂ ਇਸ ਸੰਸਾਰ ਵਿੱਚ ਜੋ ਕੁਝ ਵੀ ਅਨੇਕਾਂ ਕਿਸਮ ਦਾ ਦਿਖਾਈ ਦੇ ਰਿਹਾ ਹੈ, ਜੋਤ ਹਰ ਇੱਕ ਥਾਂ ਤੇ ਵਾਹਿਗੁਰੂ ਜੀ ਦੀ ਹੈ। ਮੇਰੇ ਗੁਰੂ ਦੇ ਗੁਰ ਸਰੂਪ ਨੇ। ਕਹੋ ਨਾਨਕ, ਨਾਨਕ ਜੀ ਕਹੋ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਆਪ ਨੂੰ ਨਾਨਕ ਸ਼ਬਦ ਵਰਤ ਕੇ ਸਾਨੂੰ ਸਿਖਾ ਰਹੇ ਨੇ। ਕਹੋ ਕਿ ਗੁਰ ਸਰੂਪ ਨੇ ਅੰਦਰੋਂ ਭਰਮ ਦੂਰ ਕਰ ਦਿੱਤਾ। ਗੁਰੂ ਦੇ ਉਪਦੇਸ਼ਾਂ ਨੇ
ਉਪਦੇਸ਼ ਦੀ ਸੋਝੀ ਨੇ। ਇਵ ਤਤੈ ਤਤ ਮਿਲਾਇਓ। ਹੁਣ ਪਤਾ ਲੱਗਦਾ ਹੈ ਕਿ ਜੋ ਕੁਛ ਵੀ ਦਿਖਾਈ ਦੇ ਰਿਹਾ ਹੈ, ਉਹਦੇ ਵਿੱਚ ਜੋ ਕੁਛ ਵੀ ਤੱਤ ਹੈ, ਮੂਲ ਸ਼ਕਤੀ ਹੈ, ਸਾਰੀ ਵਾਹਿਗੁਰੂ ਜੀ ਤੁਹਾਡੀ ਹੀ ਸ਼ਕਤੀ ਹੈ। ਆਖੋ ਅਸੀਂ ਫਰੂਟ ਦੇਖਦੇ ਹਾਂ, ਫਲ। ਹੁਣ ਦੇਖਣਾ ਉਹਦੇ ਵਿੱਚ ਵਿਟਾਮਿਨਸ ਵੀ ਨੇ। ਜਦੋਂ ਅਸੀਂ ਖਾਂਦੇ ਹਾਂ ਉਹ ਵਿਟਾਮਿਨਸ ਸਾਨੂੰ ਮਿਲਦੇ ਨੇ। ਉਹਦੇ 'ਚ ਰਸ ਵੀ ਹੈ, ਉਹਦੇ 'ਚ ਇੱਕ ਬੀਜ ਵੀ ਹੈ। ਉਹ ਜਿਹੜੀ ਸ਼ਕਤੀ ਹੈ, ਉਹ ਸ਼ਕਤੀ ਵਾਹਿਗੁਰੂ ਜੀ ਦੀ ਸ਼ਕਤੀ ਹਰ ਥਾਂ 'ਤੇ ਸਮਾਈ ਹੋਈ ਹੈ। ਤਤੈ ਤਤ ਮਿਲਾਇਓ। ਜਿਵੇਂ ਜਿਹਨੇ ਸੋਨਾ ਦੇਖਣਾ ਹੈ, ਉਹਨੂੰ ਤਾਂ ਹਰ ਗਹਿਣੇ ਵਿੱਚੋਂ ਦਿਸ ਜਾਏਗਾ। ਜਿਹਨੇ ਇੱਕ ਤਰ੍ਹਾਂ ਦੇ ਗਹਿਣੇ ਨਾਲ ਉਹ ਕਹਿੰਦਾ ਮੈਨੂੰ ਤਾਂ ਕੜਾ ਹੀ ਚੰਗਾ ਲੱਗਦਾ, ਬਾਕੀ ਗਹਿਣੇ ਨਹੀਂ ਚੰਗੇ ਲੱਗਦੇ, ਉਹ ਬਾਕੀਆਂ ਨਾਲ ਨਫ਼ਰਤ ਕਰੇਗਾ। ਇਹ ਗਹਿਣੇ ਮੈਨੂੰ ਨਹੀਂ ਚੰਗੇ ਲੱਗਦੇ, ਮੈਨੂੰ ਤਾਂ ਕੜਾ ਚੰਗਾ ਲੱਗਦਾ। ਇੱਕ ਕਹਿੰਦਾ ਮੈਨੂੰ ਸੋਨਾ ਚੰਗਾ ਲੱਗਦਾ ਹੈ, ਉਹਨੂੰ ਸਾਰੇ ਗਹਿਣੇ ਚੰਗੇ ਲੱਗਣਗੇ ਕਿਉਂਕਿ ਸੋਨਾ ਸਭ ਵਿੱਚ ਹੈ। ਜੇ ਵਾਹਿਗੁਰੂ ਜੀ ਦੀ ਜੋਤ ਨਾਲ ਪਿਆਰ ਹੈ, ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਉਹਦੀ ਜੋਤ ਨਹੀਂ ਹੈ। ਜੇ ਵਾਹਿਗੁਰੂ ਜੀ ਦੇ ਗਿਆਨ ਰੂਪ ਦੇ ਨਾਲ, ਸੱਚੇ ਗਿਆਨ ਨਾਲ ਪਿਆਰ ਹੈ, ਐਸਾ ਕੋਈ ਵਰਤਾਰਾ ਹੀ ਨਹੀਂ ਹੈ ਜਿੱਥੋਂ ਗਿਆਨ ਨਾ ਮਿਲਦਾ ਹੋਵੇ। ਜੇ ਗੁਣਾਂ ਨਾਲ ਪਿਆਰ ਹੈ, ਫਿਰ ਐਸਾ ਕੋਈ ਵੀ ਨਹੀਂ ਜਿਹਦੇ 'ਚ ਗੁਣ ਨਹੀਂ ਹੈ। ਆਖੋ ਵਾਹਿਗੁਰੂ। ਇੱਦਾਂ ਫਿਰ ਅੰਦਰਲੇ ਜੀਵਨ ਦੀ ਜੁਗਤ ਜਦੋਂ ਸਿੱਖ ਲਈ ਨਾ, ਫਿਰ ਅਹਿਸਾਸ ਕਰਨ ਦਾ, ਮਹਿਸੂਸ ਕਰਨ ਦਾ ਨਜ਼ਰੀਆ ਹੀ ਬਦਲ ਜਾਂਦਾ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦਾ ਇਹ ਅਗਲਾ ਸ਼ਬਦ ਹੈ। ਇਸ ਵਿੱਚ ਆਪ ਜੀ ਦੇਖ ਰਹੇ ਹੋ, ਗੌੜੀ ਦੇ ਹੇਠਾਂ 1-2 ਲਿਖਿਆ ਹੋਇਆ ਹੈ। ਜਿੱਥੇ ਜਿੱਥੇ ਵੀ ਤੁਸੀਂ ਪਾਠ ਕਰੋਗੇ, ਛੋਟਾ ਜਿਹਾ 1 2 3 4 ਐਸੇ ਲਿਖੇ ਹੁੰਦੇ ਨੇ। ਜਿਵੇਂ ਪਿੱਛੇ ਲਿਖਿਆ ਸੀ ਘਰ ਪਹਿਲਾ, ਘਰ ਦੂਜਾ, ਇਹ ਉਸੇ ਤਰ੍ਹਾਂ ਘਰ ਨੂੰ ਲਿਖਣ ਦੀ ਬਜਾਏ ਹੇਠਾਂ ਅੰਕ ਲਿਖਿਆ ਹੁੰਦਾ ਹੈ। ਇਹਨੂੰ ਆਪਣੇ ਆਪ ਸਮਝਦੇ ਰਹਿਣਾ। ਇਹ ਗਾਉਣ ਦਾ ਇਸ਼ਾਰਾ ਹੈ, ਅਗਰ ਇਹਨੂੰ ਰਾਗਾਂ 'ਚ ਗਾਉਣਾ ਹੈ ਤਾਂ। ਇਹ ਜਿਹੜਾ ਸ਼ਬਦ ਹੈ ਪੰਚਮ ਪਾਤਸ਼ਾਹ ਦਾ, ਇਹ ਸੋਹਿਲਾ ਸਾਹਿਬ ਦੇ ਵਿੱਚ ਵੀ ਹੈ। ਜਿਹੜੇ ਸ਼ਬਦ 14 ਅੰਗ ਤੱਕ ਨੇ, ਜਪਜੀ ਸਾਹਿਬ ਦੇ ਵਿੱਚੋਂ ਪਹਿਲਾ ਸ਼ਲੋਕ ਤੇ ਜਪਜੀ ਸਾਹਿਬ ਜੀ ਦਾ ਆਖਰੀ ਸ਼ਲੋਕ। ਪਹਿਲਾ ਸ਼ਲੋਕ ਆਦਿ ਸੱਚ ਜੁਗਾਦ ਸੱਚ ਵਾਲਾ, ਦੂਸਰਾ ਪਵਨ ਗੁਰੂ ਪਾਣੀ ਪਿਤਾ ਵਾਲਾ। ਉਸ ਤੋਂ ਬਾਅਦ 13 ਅੰਗ ਤੱਕ ਜਿੰਨੇ ਸ਼ਬਦ ਨੇ, 5 ਸ਼ਬਦ ਸੋਦਰ ਟਾਈਟਲ ਵਿੱਚ ਹੈ, 4 ਸ਼ਬਦ ਸੋਪੁਰਖ ਦੇ ਟਾਈਟਲ ਵਿੱਚ ਹੈ ਤੇ 5 ਸੋਹਿਲਾ ਦੇ ਵਿੱਚ ਹੈ। ਇਹ ਜਿਹੜੇ ਸ਼ਬਦ ਨੇ 16 ਸ਼ਬਦ ਨੇ ਤੇ 2 ਸ਼ਲੋਕ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਇੱਕ ਵਾਰੀ ਰਿਪੀਟ ਹੋਏ ਨੇ। ਤੇ ਜਿਹੜਾ ਸੋਦਰ ਵਾਲਾ, ਸੋਦਰ ਦੇ ਟਾਈਟਲ ਵਾਲਾ ਪਹਿਲਾ ਸ਼ਬਦ ਹੈ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਉਹ ਜਪਜੀ ਸਾਹਿਬ ਵਿੱਚ ਵੀ ਆਇਆ ਹੈ ਤੇ ਅੱਗੇ ਵੀ ਰਿਪੀਟ ਹੋਇਆ, ਉਹ 3 ਵਾਰੀ ਹੈ। ਤੇ ਇਹ ਗੱਲ ਯਾਦ ਰੱਖਣੀ, ਜਿੱਥੇ ਵੀ ਉਹ ਰਿਪੀਟ ਹੁੰਦਾ ਉੱਥੇ ਕੋਈ ਨਾ ਕੋਈ ਉਹਦੇ 'ਚ ਥੋੜ੍ਹਾ ਬਹੁਤ ਫਰਕ ਆਇਆ ਹੈ, ਅਰਥ ਹੋਈ ਨੇ। ਜਿਵੇਂ ਇਸ ਵਿੱਚ ਵੀ ਆਏਗਾ, ਆਪਾਂ ਜ਼ਿਕਰ ਕਰਾਂਗੇ। ਆਓ ਪਹਿਲਾਂ ਅਰਥ ਸਿੱਖੀਏ। ਗੌੜੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਬਦ ਹੈ, ਔਧ ਕਟੈ ਦਿਨ ਸਰੈਣ ਹਾਰੇ। ਸਤਿਗੁਰੂ ਕਹਿੰਦੇ ਇਹ ਜੀਵਨ ਦੀ ਵੈਲਿਊ ਸਮਝ, ਇਹਦੀ ਕੀਮਤ ਸਮਝ ਪਿਆਰਿਆ। ਆਪਣੇ ਜੀਵਨ ਦੀ ਇੰਪੋਰਟੈਂਸ ਨੂੰ ਸਮਝ, ਇਹਦੀ ਮਹੱਤਤਾ ਨੂੰ। ਇਹ ਦਿਨ ਰਾਤ ਘਟਦਾ ਜਾ ਰਿਹਾ। ਆਖੋ ਵਾਹਿਗੁਰੂ। ਲਿਮਟਿਡ ਸਮਾਂ, ਜ਼ਿੰਦਗੀ ਬੈਲੈਂਸ ਬਣਾਉਣੀ ਸਿੱਖ। ਪਰਿਵਾਰ ਲਈ, ਬੱਚਿਆਂ ਲਈ ਵੀ ਕਰਨਾ ਹੈ, ਗੁਰੂ ਦੀ ਕੌਮ ਲਈ ਵੀ ਕੁਝ ਕਰਨਾ ਹੈ। ਪਰਿਵਾਰ ਲਈ, ਬੱਚਿਆਂ ਲਈ ਕਰਨਾ ਹੈ, ਉਲਝਣ ਤਾਣੀ ਵਿੱਚ ਨਹੀਂ ਫਸਣਾ, ਝੂਠ ਦੀਆਂ ਪੰਡਾਂ ਨਹੀਂ ਚੁੱਕਣੀਆਂ, ਪਸ਼ੂ ਪ੍ਰਵਿਰਤੀਆਂ, ਕੁਸੰਗੀ ਪ੍ਰਵਿਰਤੀਆਂ ਵਿੱਚ ਨਹੀਂ ਉਲਝਣਾ, ਪਰਉਪਕਾਰ ਕਰਨਾ ਹੈ, ਆਪਾ ਵਾਰ ਕੇ ਕਰਨਾ ਹੈ। ਉਹਦੇ ਲਈ ਮਨ ਗੁਰਮਿਲ ਕਾਜ ਸਵਾਰੇ। ਮਨਾ ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਜੋ ਗੁਰ ਸਰੂਪ ਹੈ ਨਾ, ਗੁਰੂ ਦਾ ਉਪਦੇਸ਼, ਸੱਚਾ ਗਿਆਨ, ਉਹਦੇ ਨਾਲ ਮਿਲਾਪ ਕਰਨਾ ਸਿੱਖ। ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਸਾਨੂੰ ਜਿਹੜੇ ਸ਼ਬਦਾਂ ਦਾ ਅਰਥ ਨਹੀਂ ਪਤਾ, ਉਹ ਅਰਥ ਪਤਾ ਲੱਗ ਜਾਂਦਾ ਹੈ। ਅਸੀਂ ਉਸ ਪੰਕਤੀ ਨੂੰ ਹੋਰ ਤਰ੍ਹਾਂ ਸਮਝਦੇ ਸੀ, ਸਾਨੂੰ ਸਮਝ ਆ ਜਾਂਦੀ ਹੈ, ਅੱਛਾ ਇਹਦੇ ਵਿੱਚ ਤਾਂ ਆਹ ਰਮਜ਼ ਹੈ।
ਉਹ ਜੋ ਕੁਛ ਅਸੀਂ ਸਮਝ ਰਹੇ ਹਾਂ, ਉਹ ਗੁਰ ਸਰੂਪ ਨਾਲ ਮਿਲਾਪ ਹੈ। ਆਖੋ ਵਾਹਿਗੁਰੂ। ਫਿਰ ਇਸ ਨੂੰ ਮੰਨਣਾ ਹੈ, ਇਹਦੇ ਲਈ ਆਪਾ ਵਾਰਨਾ ਹੈ। ਇਸ ਲਈ ਮਨਾ ਗੁਰ ਸਰੂਪ ਦੇ ਮਿਲਾਪ ਰਾਹੀਂ ਇਹ ਜੀਵਨ ਨੂੰ ਸਫਲ ਕਰਨ ਦਾ ਕਾਰਜ ਸੰਵਾਰ ਲਾ। ਆਖੋ ਵਾਹਿਗੁਰੂ। ਜੇ ਗੁਰੂ ਸਾਹਿਬ ਤੋਂ ਪੁੱਛੀਏ ਨਾ, ਸਾਡੇ ਅੰਦਰ ਕੀ ਕੁਛ ਚਾਹੀਦਾ ਹੈ, ਜਿਵੇਂ ਸਬਰ ਸੰਤੋਖ ਚਾਹੀਦਾ ਹੈ, ਤੇ ਫਿਰ ਦੁਨਿਆਵੀ ਪ੍ਰਾਪਤੀਆਂ ਦੇ ਪਿੱਛੇ ਤਰਲੋ ਮੱਛੀ ਹੋ ਕੇ ਆਪਣੇ ਆਪ ਨੂੰ ਉਲਝਾਏਗਾ ਨਹੀਂ। ਅਗਰ ਸਬਰ ਸੰਤੋਖ ਹੈ, ਫਿਰ ਬੈਲੈਂਸ ਬਣਾਉਣਾ ਆ ਜਾਏਗਾ। ਸਬਰ ਸੰਤੋਖ ਨਹੀਂ ਤਾਂ ਤ੍ਰਿਸ਼ਨਾ ਚ ਲੋਭ, ਪਤਾ ਹੀ ਨਹੀਂ ਲੱਗੇਗਾ ਉਹਦੀ ਬੁਣੀ ਹੋਈ ਤਾਣੀ ਵਿੱਚ ਕਦੋਂ ਫਸ ਜਾਏਗਾ। ਫਿਰ ਪਰਉਪਕਾਰ ਕਰਨਾ ਹੈ। ਜਦੋਂ ਗੁਰੂ ਸਾਹਿਬ ਨੂੰ ਪੁੱਛਣਾ ਹੈ, ਸਤਿਗੁਰੂ ਦੱਸਣਗੇ, ਪਿਆਰਿਆ ਨਿਰਸਵਾਰਥ ਹੋ ਕੇ ਕਰਨਾ ਹੈ, ਆਪਾ ਵਾਰ ਦੇਣਾ ਹੈ। ਇਹ ਜੋ ਅੰਦਰ ਜੋ ਕੁਛ ਚਾਹੀਦਾ ਨਾ, ਅੰਦਰਲੇ ਜੀਵਨ ਨੂੰ ਸੰਵਾਰਨਾ ਆਪਣੇ ਗੁਰ ਸਰੂਪ ਦੇ ਮਿਲਾਪ ਰਾਹੀਂ ਸਿੱਖ ਮਨਾ, ਇਹ ਰਹਾਓ ਸੈਂਟਰਲ ਆਈਡੀਆ ਹੈ ਸ਼ਬਦ ਦਾ। ਕਰੋ ਬੇਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਸਤਿਗੁਰੂ ਜੀ ਕਹਿੰਦੇ, ਮੈਂ ਬੇਨਤੀ ਕਰਦਾ ਮੇਰੇ ਮਿੱਤਰ ਪਿਆਰੇ ਗੁਰਸਿੱਖੋ, ਸੁਣੋ। ਇਹ ਜਿਹੜਾ ਜੀਵਨ ਹੈ ਨਾ, ਸੰਤ ਟਹਿਲ ਕੀ ਬੇਲਾ, ਗੁਰੂ ਦੀ ਸੇਵਾ, ਗੁਰੂ ਦਾ ਹੁਕਮ ਮੰਨਣਾ ਹੈ, ਤੇ ਗੁਰਸਿੱਖਾਂ ਦੀ, ਸੰਤ ਜਨਾਂ ਦੀ ਸੇਵਾ, ਇੱਕ ਦੂਸਰੇ ਦੀ ਹੈਲਪ ਕਰਨਾ ਹੈ। ਸੇਵਾ ਦਾ ਸੌਖਾ ਜਿਹਾ ਅਰਥ ਸਮਝ ਲੈਣਾ, ਮੀਨਿੰਗ ਹੈ ਹੈਲਪ ਕਰਨੀ। ਉਹਦੇ ਲਈ ਪਹਿਲਾਂ ਦੇਖਣਾ ਪਏਗਾ ਕਿਸ ਚੀਜ਼ ਦੀ ਲੋੜ ਹੈ, ਤੇ ਕਿਹਦੀ? ਸੰਤ ਟਹਿਲ ਕੀ। ਸੰਤ ਜਨ ਉਹੀ ਨੇ, ਇੱਥੇ ਸੰਤ ਬਾਹਰੋਂ ਨਹੀਂ, ਅੰਦਰੋਂ ਸੰਤ। ਬਾਹਰੋਂ ਸਿਪਾਹੀ, ਜਿਹੜਾ ਅੰਦਰੋਂ ਸੰਤ ਬਣ ਗਿਆ, ਪਰਿਵਾਰ ਲਈ ਕੁਝ ਕਰ ਰਿਹਾ ਹੈ, ਬੱਚਿਆਂ ਲਈ ਕਰ ਰਿਹਾ ਹੈ, ਤੇ ਉਹ ਸਿਰਫ ਆਪਣੇ ਆਪਣੇ ਲਈ ਜਿਉ ਰਿਹਾ, ਆਨੰਦ ਮਾਣ ਰਿਹਾ, ਸਿਰਫ ਆਪਣੇ ਲਈ ਜਿਉ ਰਿਹਾ, ਆਪਣੇ ਪਰਿਵਾਰ ਲਈ ਕਰ ਰਿਹਾ। ਇਹਦਾ ਮਤਲਬ ਉਹ ਅੰਦਰੋਂ ਸੰਤ ਬਣ ਗਿਆ, ਬਾਹਰੋਂ ਸਿਪਾਹੀ ਨਹੀਂ ਬਣਿਆ। ਆਖੋ ਵਾਹਿਗੁਰੂ। ਬਾਹਰੋਂ ਸਿਪਾਹੀ ਪਰਉਪਕਾਰ, ਮਨੁੱਖਤਾ ਲਈ ਕੁਛ ਕਰਨਾ, ਕੌਮ ਲਈ ਕੁਛ ਕਰਨਾ। ਉਹਨਾਂ ਦੀਆਂ ਲੋੜਾਂ ਕੀ ਨੇ, ਉਸ ਮਿਸ਼ਨ ਵਿੱਚ ਸਪੋਰਟ ਕਰਨੀ। ਆਖੋ ਵਾਹਿਗੁਰੂ। ਅੱਜ ਇਸ ਦੀ ਬਹੁਤ ਵੱਡੀ ਘਾਟ ਹੈ। ਜਿਹੜੀਆਂ ਸੰਸਥਾਵਾਂ, ਜਿਹੜੇ ਗੁਰਸਿੱਖ ਪਿਆਰੇ ਪਰਉਪਕਾਰ ਦੇ ਮਾਰਗ ਤੇ ਗਰਾਊਂਡ ਲੈਵਲ ਤੇ ਕੁਛ ਕਰਦੇ ਨੇ, ਗਰਾਊਂਡ ਲੈਵਲ ਤੋਂ ਭਾਵ ਉਹ ਕਰਦੇ ਨੇ ਔਰ ਉਹਦੇ ਰਿਜ਼ਲਟ ਦੁਨੀਆ ਦੇ ਸਾਹਮਣੇ ਹੁੰਦੇ ਨੇ, ਉਹਦੀ ਸਪੋਰਟ ਕਰਨ ਵਾਸਤੇ ਅੱਜ ਉਤਨਾ ਅਸੀਂ ਨਹੀਂ ਆ ਰਹੇ ਜਿਤਨਾ ਕਰਨਾ ਚਾਹੀਦਾ, ਕਿਉਂਕਿ ਅੰਦਰ ਕੌਮੀ ਪੰਥਕ ਜਜ਼ਬੇ ਦੀ ਘਾਟ ਰੜਕਦੀ ਹੈ। ਇਸ ਲਈ ਇਹ ਜੀਵਨ ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਵਸਨ ਸੁਹੇਲਾ। ਪਿਆਰਿਆ, ਜੇ ਤੂੰ ਚਾਹੁੰਦਾ ਤੇਰੀ ਜ਼ਿੰਦਗੀ ਦੇ ਫਿਊਚਰ ਵਿੱਚ ਆਗਿਆ ਨੂੰ ਮਰਨ ਤੋਂ ਬਾਅਦ ਨਾ ਜੋੜੋ, ਜਿਉਂਦੇ ਜੀ ਤੇਰੇ ਅੱਗੇ ਆਉਣ ਵਾਲੇ ਸਮੇਂ 'ਚ ਫਿਊਚਰ ਵਿੱਚ ਤੂੰ ਚਾਹੁੰਦਾ ਕਿ ਤੇਰਾ ਮਨ ਰੱਬ ਦੇ ਪਿਆਰ ਵਿੱਚ ਭਿੱਜਿਆ ਰਹਿ ਸਕੇ, ਜੇ ਤੂੰ ਚਾਹੁੰਦਾ ਤੇਰੇ ਅੰਦਰ ਜਜ਼ਬਾ ਬਣਿਆ ਰਹਿ ਸਕੇ, ਤੂੰ ਚਾਹੁੰਦਾ ਤੇਰੇ ਅੰਦਰ ਗੁਰਮਤ ਗੁਰਸਿੱਖੀ ਬਣੀ ਰਹਿ ਸਕੇ, ਤੂੰ ਚਾਹੁੰਦਾ ਤੇਰੇ ਅੰਦਰ ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਬਣੀ ਰਹਿ ਸਕੇ, ਤਾਂ ਆ ਜਿਹੜਾ ਜੀਵਨ ਜਿਉਣਾ ਨਾ ਵਰਤਮਾਨ ਵਿੱਚ ਲਾਹਾ ਖਾਟਾ ਖੋਵਾਈ, ਇਹਾਂ ਖਾਟ ਚਲੋ ਹਰ ਲਾਹਾ। ਉਹ ਲਾਹਾ ਕੀ ਹੈ? ਗੁਣਾਂ ਦਾ ਵਪਾਰ ਕਰ, ਗੁਰੂ ਦੀਆਂ ਸਿੱਖਿਆਵਾਂ ਨੂੰ ਸੋਚ ਸੁਭਾਅ ਤੇ ਲਾਗੂ ਕਰ, ਉਸ ਸੁਭਾਅ ਨੂੰ ਪੜਚੋਲਦਾ ਰਹਿ, ਤੇ ਫਿਊਚਰ ਵਿੱਚ ਇਹ ਤੇਰੀ ਜੀਵਨ ਦੀ ਧਾਰਾ ਮਿਸ਼ਨ ਦੇ ਉੱਪਰ ਟਿਕੀ ਰਹੇਗੀ। ਆਖੋ ਵਾਹਿਗੁਰੂ। ਬਸਨ ਸੁਹੇਲਾ, ਇਹ ਮਨ ਉਸ ਜਜ਼ਬੇ ਵਿੱਚ, ਉਸ ਪਿਆਰ ਵਿੱਚ, ਉਸ ਖਿੱਚ ਵਿੱਚ ਬਸਿਆ ਰਹੇਗਾ। ਇਹ ਸੰਸਾਰ ਬੇਕਾਰ ਸਹਸੇ ਮਹਿ, ਤਰਿਓ ਬ੍ਰਹਮ ਗਿਆਨੀ। ਉੱਥੇ ਸੋਹਿਲਾ ਸਾਹਿਬ ਵਿੱਚ ਸੀ, ਇਹ ਸੰਸਾਰ ਬੇਕਾਰ ਸੰਸੇ ਮੈਂ, ਇੱਥੇ ਸਹਸੇ ਮੈਂ, ਅਰਥ ਇੱਕੋ ਹੀ ਹੈ। ਇਹ ਜਿਹੜਾ ਸੰਸਾਰਿਕ ਦੁਨਿਆਵੀ ਜੀਵਨ ਹੈ ਨਾ, ਇਸ ਦੇ ਵਿੱਚ ਇੱਕ ਤਾਂ ਤੌਖਲੇ ਨੇ, ਸਹਿਸਾ ਚਿੰਤਾਵਾਂ ਜ਼ੋਰ ਪਾਉਂਦੀਆਂ ਨੇ, ਇੱਕ ਬੇਕਾਰ ਹਮਲੇ ਕਰਦੇ ਨੇ। ਆਖੋ ਵਾਹਿਗੁਰੂ। ਤਰਿਓ ਬ੍ਰਹਮ ਗਿਆਨੀ,
ਜਿਹਨੇ ਬ੍ਰਹਮ ਦੇ ਨਾਲ ਸਾਂਝ ਪਾਈ। ਬ੍ਰਹਮ ਗਿਆਨ ਕੀ ਹੈ? ਗੁਰਬਾਣੀ। ਗੁਰਬਾਣੀ ਦੇ ਉਪਦੇਸ਼ ਨੂੰ ਸੋਚ ਸੁਭਾਅ 'ਤੇ ਲਾਗੂ ਕਰਕੇ ਮੰਨਿਆ, ਉਹ ਬਚ ਜਾਂਦੇ ਨੇ ਇਹਨਾਂ ਚਿੰਤਾਵਾਂ ਤੌਖਲਿਆਂ ਵਿੱਚ ਉਲਝਣ ਤੋਂ, ਬੇਕਾਰੀ ਉਲਝਣ ਤਾਣੀ ਵਿੱਚ ਫਸਣ ਤੋਂ ਬਚ ਜਾਂਦੇ ਨੇ। ਜੇ ਸਹਿ ਜਗਾਏ ਪਿਆਏ ਹਰ ਰਸ, ਅਕਥ ਕਥਾ ਤਿਨ ਜਾਨੀ। ਸੋਹਿਲਾ ਸਾਹਿਬ ਵਿੱਚ ਆਉਂਦਾ, ਜੇ ਸਹਿ ਜਗਾਏ ਪਿਆਵੈ ਇਹ ਰਸ। ਇੱਥੇ ਹੈ ਪਿਆਏ ਹਰ ਰਸ, ਅਰਥ ਇੱਕੋ ਹੀ ਹੈ। ਜਿਨ੍ਹਾਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਸਾਹਿਬ ਦੇ ਉਪਦੇਸ਼ ਰਾਹੀਂ ਅੰਦਰੋਂ ਚੇਤਨ ਕਰ ਦਿੰਦੇ ਨੇ, ਉਹ ਅੰਦਰੋਂ ਅਵੇਅਰਡ ਹੁੰਦੇ ਨੇ, ਜਾਗੇ ਹੁੰਦੇ ਨੇ, ਅੰਦਰੋਂ ਸੋਝੀ ਆ ਜਾਂਦੀ ਹੈ। ਉਹਨਾਂ ਨੂੰ ਫਿਰ ਵਾਹਿਗੁਰੂ ਜੀ ਇਸ ਮਾਰਗ 'ਤੇ ਤੁਰਨ ਦਾ ਰਸ ਪਿਲਾਉਂਦੇ ਨੇ। ਆਖੋ ਵਾਹਿਗੁਰੂ। ਉਹ ਰਸ, ਉਹ ਜਜ਼ਬਾ, ਉਹ ਲਗਨ, ਉਹ ਜਨੂਨ, ਉਹ ਖਿੱਚ, ਉਹ ਗੂੜੀ ਪ੍ਰੀਤ ਹੀ ਹੈ ਜਿਹੜੀ ਹਰ ਵਿਘਨ ਰੁਕਾਵਟ ਦੇ ਵਿੱਚ ਗੁਰਸਿੱਖਾਂ ਨੂੰ ਮਿਸ਼ਨ 'ਤੇ ਤੋਰੀ ਰੱਖਦੀ। ਆਖੋ ਵਾਹਿਗੁਰੂ। ਅਕਥ ਕਥਾ ਤਿਨ ਜਾਨੀ। ਉਹਨਾਂ ਨੇ ਰੱਬੀ ਮਾਰਗ ਦੀ ਉਹ ਵਿਚਾਰ ਜਿਹੜੀ ਕੈਨਟ ਵੀ ਫੁਲੀ ਡਿਸਕ੍ਰਾਈਬਡ, ਜਿਹੜੀ ਪੂਰਨ ਵਿਆਖਿਆ ਨਹੀਂ ਹੋ ਸਕਦੀ। ਜਿੰਨੀ ਕੁ ਕਿਸੇ ਨੇ ਜ਼ਿੰਦਗੀ ਜਿਉ ਲਈ ਉਨੀ ਕੁ ਸਮਝ ਆ ਗਈ। ਅਕਥ ਕਥਾ ਤਿਨ ਜਾਨੀ, ਉਹਨਾਂ ਨੇ ਇਹ ਸਮਝ ਲਈ। ਆਖੋ ਵਾਹਿਗੁਰੂ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ। ਉਹਨਾਂ ਨੂੰ ਪਤਾ ਹੈ ਜਾ ਕੋ ਆਏ, ਸਾਡਾ ਮਿਸ਼ਨ ਕੀ ਹੈ, ਸਾਡਾ ਵਿਜ਼ਨ ਕੀ ਹੈ, ਸਾਡਾ ਨਿਸ਼ਾਨਾ ਕੀ ਹੈ, ਸਾਡੇ ਉਦੇਸ਼ ਕੀ ਹੈ। ਗੁਰੂ ਦੇ ਉਪਦੇਸ਼ ਨੂੰ ਸਮਝਣਾ, ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪੜਚੋਲਣਾ, ਗੁਰੂ ਦੇ ਉਪਦੇਸ਼ ਰਾਹੀਂ ਸੋਚ ਸੁਭਾਅ ਨੂੰ ਪੜਚੋਲ ਕੇ ਇਹਨੂੰ ਸੰਵਾਰਨਾ, ਸ਼ਿੰਗਾਰਨਾ। ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਦੇ ਵਿੱਚ ਸਿੱਖੀ ਦੇ ਮਾਰਗ 'ਤੇ ਤੁਰਨਾ ਔਰ ਗੁਰੂ ਦੇ ਮਿਸ਼ਨ 'ਤੇ ਪਰਉਪਕਾਰੀ ਬਣ ਕੇ ਜੀਵਨ ਜਿਉਣਾ। ਉਹਦੇ ਲਈ ਪਿਆਰ ਚਾਹੀਦਾ ਹੈ, ਲਗਨ ਚਾਹੀਦੀ ਹੈ, ਗੁਣ ਚਾਹੀਦੇ ਨੇ, ਜਜ਼ਬਾ ਚਾਹੀਦਾ ਹੈ, ਜਨੂਨ ਚਾਹੀਦਾ ਹੈ। ਇਹ ਗੁਰੂ ਤੋਂ ਵਪਾਰ ਲਿਆ, ਵਪਾਰ ਕੀਤਾ, ਗੁਰਬਾਣੀ ਤੋਂ ਸਿੱਖਿਆ। ਹਰ ਗੁਰ ਤੇ ਮਨਹਿ ਬਸੇਰਾ। ਫਿਰ ਗੁਰ ਸਰੂਪ ਨੇ ਕਿਰਪਾ ਕੀਤੀ, ਫਿਰ ਰੱਬ ਦੇ ਰਸ ਵਿੱਚ, ਰੱਬ ਦੀ ਮਿੱਠੀ ਮਿੱਠੀ ਯਾਦ ਭੈ ਪਾਵਨੀ, ਉਹਦੀ ਐਗਜ਼ਿਸਟੈਂਸ ਨੂੰ ਫੀਲ ਕਰਕੇ ਇਹ ਮਨ ਇਸ ਵਿੱਚ ਵਸਣਾ ਸਿੱਖ ਗਿਆ, ਅਡੋਲ ਹੋ ਕੇ ਤੁਰਨਾ ਸਿੱਖ ਗਿਆ। ਆਖੋ ਵਾਹਿਗੁਰੂ। ਨਿਜ ਘਰ ਮਹਿਲ ਪਵਹੁ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਫਿਰ ਇਹਨੂੰ ਅਸਲੀ ਘਰ, ਆਪਣਾ ਘਰ, ਉਹ ਹੈ ਗੁਰਮੁਖ ਸੁਭਾਅ। ਮਨ ਦੇ ਪਿੱਛੇ ਲੱਗ ਕੇ, ਸੁਭਾਅ ਦੇ ਪਿੱਛੇ ਲੱਗ ਕੇ ਗੁਰੂ ਦਾ ਮਾਰਗ ਛੱਡ ਦੇਣਾ, ਦੁਨਿਆਵੀ ਝੰਜਟਾਂ ਵਿੱਚ ਉਲਝ ਜਾਣਾ, ਇਹ ਮਨ ਦਾ ਆਪਣਾ ਘਰ ਨਹੀਂ ਹੈ, ਪਰਾਇਆ ਘਰ ਹੈ। ਇਹ ਮਨਮੁਖਤਾਈ ਦਾ ਸੁਭਾਅ ਹੈ। ਗੁਰਮੁਖਤਾਈ ਦਾ ਸੁਭਾਅ ਹੈ ਗੁਰੂ ਦੇ ਨਿਯਮਾਂ ਨੂੰ ਫੋਲੋ ਕਰਨਾ। ਤੇ ਗੁਰਮਤ ਵਾਲੀ ਸੋਚ ਇਹ ਨਿਜ ਮਹਿਲ ਹੈ। ਆਖੋ ਵਾਹਿਗੁਰੂ। ਮਨ ਤੇ ਮਤ ਸੋਚ ਤੇ ਸੁਭਾਅ ਵਿੱਚ ਰਹਿੰਦੀ ਹੈ, ਜਿੱਥੇ ਮਰਜ਼ੀ ਚਲਿਆ ਜਾਵੇ, ਸੋਚ ਸੁਭਾਅ ਨਾਲ ਰਹਿੰਦਾ ਹੈ। ਇਹ ਅਸਲੀ ਮਹਿਲ ਜਦੋਂ ਪ੍ਰਾਪਤ ਹੁੰਦਾ ਹੈ ਨਾ, ਉਹਦੇ 'ਚੋਂ ਇੱਕ ਆਤਮਿਕ ਸੁੱਖ, ਇੱਕ ਅਡੋਲਤਾ, ਸੁੱਖ ਸਹਿਜੇ। ਬਹੁਰ ਨਾ ਹੋਏਗੋ ਫੇਰਾ। ਜਦੋਂ ਮਿਲ ਗਿਆ ਨਾ, ਫਿਰ ਇਹ ਮਨ ਦਾ ਫੇਰਾ ਦੂਜੇ ਪਾਸੇ ਨਹੀਂ ਪੈਂਦਾ, ਦੂਜਾ ਪਾਸਾ ਇਹਨੂੰ ਚੰਗਾ ਨਹੀਂ ਲੱਗਦਾ। ਇਹਦੇ ਲਈ ਅਰਦਾਸ ਕਰਨੀ ਸਿਖਾਈ ਹੈ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਇਹ ਸਾਡੇ ਦਿਲਾਂ ਦੀਆਂ ਜਾਣਨਹਾਰ ਅੰਤਰਜਾਮੀ ਵਾਹਿਗੁਰੂ ਜੀ, ਪੁਰਖ, ਜਿਨ੍ਹਾਂ ਦੀ ਐਗਜ਼ਿਸਟੈਂਸ ਹਰ ਥਾਂ 'ਤੇ ਹੈ, ਜਿਨ੍ਹਾਂ ਦੀ ਹੋਂਦ ਹਰ ਥਾਂ 'ਤੇ ਹੈ। ਵਿਧਾਤੇ, ਉਹ ਕੋਈ ਵੀ ਵਿਧੀ ਰਚ ਸਕਦੇ ਨੇ। ਰੱਬ ਦੇ ਨਿਜ਼ਮ ਵਿੱਚ ਕੋਈ ਵੀ ਵਿਧੀ ਬਣ ਸਕਦੀ ਹੈ, ਕੋਈ ਵੀ ਕਾਰਨ ਬਣ ਸਕਦਾ ਹੈ। ਉਹਦੇ ਪ੍ਰਤੀ ਸ਼ਰਧਾ, ਰੱਬ ਦੇ ਮਾਰਗ ਲਈ ਆਪਾ ਵਾਰਨ ਦੀ ਸ਼ਰਧਾ, ਵਿਸ਼ਵਾਸ। ਸ਼ਰਧਾ ਇਹ ਨਹੀਂ ਹੁੰਦੀ ਕਿ ਮੈਂ ਮੰਗ ਰਿਹਾ ਤੇ ਮੇਰੀ ਆਹ ਮੰਗ ਪੂਰੀ ਹੋ ਜਾਏਗੀ। ਸਾਨੂੰ ਆਹ ਸ਼ਰਧਾ ਸਿਖਾਈ ਗਈ ਹੈ। ਸ਼ਰਧਾ ਹੈ ਗੁਰੂ ਦੇ ਮਿਸ਼ਨ 'ਤੇ ਤੁਰਨਾ ਹੈ ਔਰ ਤੁਰਦੇ ਰਹਿਣਾ ਹੈ। ਜੇ ਅਡੋਲਤਾ ਚਾਹੀਦੀ ਹੈ, ਮੇਰੇ ਵਾਹਿਗੁਰੂ ਜੀ ਨੇ ਮੈਨੂੰ ਅਡੋਲਤਾ ਦੇਣੀ ਹੈ। ਇਹਦੇ ਲਈ ਲਗਨ ਚਾਹੀਦੀ ਹੈ, ਮੇਰੇ ਗੁਰੂ ਨੇ ਲਗਨ ਦੇਣੀ ਹੈ। ਵਾਹਿਗੁਰੂ ਜੀ, ਉਹ ਮੇਰੀ ਸ਼ਰਧਾ ਪੂਰੀ ਕਰ ਦਿਓ। ਨਾਨਕ ਦਾਸ ਇਹੀ ਸੁਖ ਮੰਗੈ, ਮੁਕ ਕਰ ਸੰਤਨ ਕੀ ਤਹੂਰੇ।
ਤੇ ਤੁਹਾਡੇ ਤੋਂ ਇੱਕ ਆਤਮਿਕ ਸੁੱਖ ਮੰਗਦਾ ਹਾਂ। ਸੁੱਖ ਕਿਹੜਾ? ਜਿਹੜੇ ਗੁਰੂ ਕੇ ਪਿਆਰੇ ਰੱਬੀ ਜੀਵਨ ਗੁਰਸਿੱਖ ਰੂਹਾਂ ਤੇਰੇ ਮਾਰਗ ਤੇ ਤੁਰਦੇ ਨੇ, ਉਹਨਾਂ ਦੇ ਜਿਹੜੇ ਗੁਣ ਨੇ, ਉਹਨਾਂ ਗੁਣਾਂ ਦਾ ਪ੍ਰਭਾਵ ਮੇਰੇ ਤੇ ਪੈ ਜਾਵੇ। ਧੂੜੇ ਸੰਤਨ ਕੀ ਧੂੜੇ, ਗੁਰਸਿੱਖਾਂ ਦੀ ਧੂੜ, ਜਾਣੀ ਮੈਂ ਵੀ ਫੋਲੋ ਕਰਾਂ ਉਹਨਾਂ ਨੂੰ, ਉਹਨਾਂ ਦੇ ਚੰਗੇ ਕੰਮਾਂ ਨੂੰ ਫੋਲੋ ਕਰਕੇ ਮੈਂ ਵੀ ਉਸ ਵਰਗਾ ਬਣਾ। ਬਸ ਮੈਨੂੰ ਇਹਦੇ 'ਚੋਂ ਹੀ ਆਤਮਿਕ ਸੁੱਖ ਦਿਸਦਾ ਹੈ। ਇਹ ਮੇਰੀ ਅਰਦਾਸ ਪੂਰੀ ਕਰ ਦਿਓ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਅਰਦਾਸ ਇਹਦੇ ਵਿੱਚ ਵੀ, ਰਾਖ ਪਿਤਾ ਪ੍ਰਭ ਮੇਰੇ, ਹੇ ਮੇਰੇ ਪਿਤਾ ਵਾਹਿਗੁਰੂ ਜੀ, ਮੈਨੂੰ ਕੁਸੰਗੀ ਪ੍ਰਵਿਰਤੀਆਂ ਬੇਕਾਰਾਂ ਤੋਂ ਬਚਾ ਕੇ ਰੱਖੋ। ਵਾਹਿਗੁਰੂ ਜੀ, ਮੋਹ ਨਿਰਗੁਣ ਸਭ ਗੁਣ ਤੇਰੇ ਰਹਾਓ, ਰਹਾਓ ਹੈ ਸੈਂਟਰਲ ਆਈਡੀਆ ਹੈ। ਵਾਹਿਗੁਰੂ ਜੀ, ਮੈਂ ਨਿਰਗੁਣ ਆ ਰਹਾ, ਮੇਰੇ ਕੋਲ ਗੁਣ ਨਹੀਂ। ਨਿੰਦਾ ਕਰ ਬੈਠਦੇ ਹਾਂ ਵਾਹਿਗੁਰੂ ਜੀ, ਨਫ਼ਰਤ ਕਰ ਬੈਠਦੇ ਹਾਂ, ਹੰਕਾਰ ਹੋ ਜਾਂਦਾ ਵਾਹਿਗੁਰੂ ਜੀ, ਲੋਭ ਪੈਦਾ ਹੁੰਦਾ ਵਾਹਿਗੁਰੂ ਜੀ। ਇਹ ਗੁਣ ਤੁਹਾਡੇ ਨੇ, ਜਿੰਨੇ ਗੁਣ ਨੇ ਸਾਡੇ ਅੰਦਰ ਉਹ ਤੁਹਾਡੇ ਨੇ ਵਾਹਿਗੁਰੂ ਜੀ। ਤੁਹਾਡਾ ਕਰਜ਼ਾ ਹੈ, ਤੁਹਾਡੇ ਲਈ ਆਪਾਂ ਵਾਰਨਾ ਹੈ। ਤੇ ਜਿਹੜੇ ਗੁਣ ਨਹੀਂ ਹੈ ਉਹ ਗੁਣ ਦੇ ਦਿਓ। ਆਖੋ ਵਾਹਿਗੁਰੂ। ਪੰਜ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਵਾਹਿਗੁਰੂ ਜੀ, ਮੈਂ ਇੱਕ ਗਰੀਬ ਇਕੱਲਾ ਹਾਂ, ਪੰਜ ਬਿਕਾਰ ਹਮਲਾ ਕਰਨ ਵਾਲੇ ਨੇ, ਰੱਖਿਆ ਕਰੋ ਸਾਡੀ ਵਾਹਿਗੁਰੂ ਜੀ। ਤੁਸੀਂ ਰਾਖਣ ਹਾਰੇ ਹੋ। ਖੇਦ ਕਰਹਿ ਔਰ ਬਹੁਤ ਸੰਤਾਪ ਹੈ, ਆਇਓ ਸ਼ਰਨ ਤੁਹਾਰੇ। ਵਾਹਿਗੁਰੂ ਜੀ, ਇਹ ਪੰਜ ਬਿਕਾਰ ਖੇਦ ਕਰਨ, ਝਗੜਾ ਕਰਦੇ ਨੇ, ਹਮਲਾ ਕਰਦੇ ਨੇ, ਬਹੁਤ ਸਤਾਉਂਦੇ ਨੇ, ਤੁਹਾਡੀ ਸ਼ਰਨ ਆਇਆ। ਇਹਦਾ ਮਤਲਬ ਕ੍ਰੋਧ ਤਾਂ ਹੁੰਦਾ ਹੈ, ਹਰ ਇੱਕ ਨੂੰ ਪਤਾ ਹੁੰਦਾ ਹੈ। ਕੀ ਮਨ ਵਿੱਚ ਇਹ ਹੋ ਗਿਆ ਕਿ ਕ੍ਰੋਧ ਮੇਰੀ ਜ਼ਿੰਦਗੀ ਨੂੰ ਖਰਾਬ ਕਰ ਰਿਹਾ, ਮੇਰੇ ਘਰ ਦੇ ਮਾਹੌਲ ਨੂੰ ਖਰਾਬ ਕਰ ਰਿਹਾ। ਕਿ ਰੱਬ ਦੇ ਅੱਗੇ ਇਹ ਤਰਲਾ ਲੈਣ ਦੀ ਯੁਗਤ ਆ ਗਈ, ਤੜਫ ਕਰਨ ਦੀ ਯੁਗਤ ਆ ਗਈ। ਵਾਹਿਗੁਰੂ ਜੀ, ਕ੍ਰੋਧ ਨਾ ਹੋਵੇ। ਨਿੰਦਾ ਤਾਂ ਹੁੰਦੀ ਹੈ, ਸੁਣੀ ਵੀ ਜਾਂਦੀ ਹੈ, ਕੀਤੀ ਵੀ ਜਾਂਦੀ ਹੈ। ਕੀ ਇਹ ਤਰਲਾ ਪੈਦਾ ਹੋ ਗਿਆ? ਵਾਹਿਗੁਰੂ ਜੀ, ਮੈਂ ਇਹਦੇ ਤੋਂ ਬਚਣਾ ਚਾਹੁੰਦਾ। ਜਦੋਂ ਸੋਚ ਸੁਭਾਅ ਨੂੰ ਪੜਚੋਲਾਂਗੇ ਨਾ, ਫਿਰ ਵਾਹਿਗੁਰੂ ਜੀ ਦੇ ਅੱਗੇ ਤਰਲੇ ਲੈਣ ਦੀ ਯੁਗਤ ਆਏਗੀ। ਫੁੱਲੀ ਸਰੈਂਡਰ ਹੋਣਾ, ਆਤਮ ਸਮਰਪਿਤ ਹੋ ਕੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡੈ ਕਤਹੂ ਨਾਹੀ। ਬੜੇ ਯਤਨ ਕੀਤੇ। ਬੰਦਾ ਸੋਚਦਾ ਮੇਰੇ ਕ੍ਰੋਧ ਨਾਲ ਕੌੜੇ ਬੋਲ ਬੋਲੇ ਜਾਂਦੇ ਨੇ, ਮੇਰੇ ਬੱਚਿਆਂ ਤੇ ਬੁਰਾ ਅਸਰ ਪੈ ਰਿਹਾ, ਮੇਰੀ ਪਤਨੀ ਤੇ ਬੁਰਾ ਅਸਰ ਪੈ ਰਿਹਾ, ਮੈਂ ਅੱਜ ਤੋਂ ਬਾਅਦ ਨਹੀਂ ਬੋਲਾਂਗਾ। ਪਤਾ ਹੀ ਨਹੀਂ ਲੱਗਦਾ ਕਦੋਂ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਬੜੇ ਯਤਨ ਕੀਤੇ ਪਰ ਥੱਕ ਗਿਆ, ਕਿਉਂਕਿ ਮੱਲੋ ਮੱਲੀ ਇਹ ਹਮਲੇ ਹੋ ਜਾਂਦੇ ਨੇ। ਛੋਡਿਆ ਕਤਹੂ ਨਾਹੀ, ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਹੀ। ਇੱਕ ਮੇਰੇ ਗੁਰੂ ਤੋਂ ਸੁਣਿਆ ਕਿ ਜਦੋਂ ਸੱਚ ਦੀ ਸੰਗਤ ਹੋ ਜਾਵੇ, ਗੁਰੂ ਦੇ ਉਪਦੇਸ਼ ਦੀ ਸੰਗਤ ਹੋ ਜਾਵੇ, ਤੇ ਵਾਹਿਗੁਰੂ ਜੀ ਤੇ ਓਟ ਆਸਰਾ ਹੋਵੇ, ਤਾਂ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ ਇਹਨਾਂ ਤੋਂ ਖਹਿੜਾ ਛੁੱਟ ਸਕਦਾ। ਵਾਹਿਗੁਰੂ ਜੀ, ਏਕ ਬਾਤ ਸੁਣ, ਇਹ ਸੁਣ ਕੇ ਤੁਹਾਡੀ ਓਟ ਤੱਕੀ। ਏਕ ਬਾਤ ਸੁਣ ਤਾਂ ਕੀ ਓਟਾ, ਸਾਧ ਸੰਗ ਮਿਟ ਜਾਏ। ਗੁਰੂ ਦੇ ਸੰਗ ਵਿੱਚੋਂ, ਗੁਰੂ ਦੇ ਉਪਦੇਸ਼ ਮੰਨ ਕੇ ਇਹ ਮਿਟਦੀ ਹੈ। ਜਦੋਂ ਇਹ ਸੁਣਿਆ ਵਾਹਿਗੁਰੂ ਜੀ, ਤੁਹਾਡੀ ਓਟ ਤੱਕੀ ਹੈ। ਕਰ ਕਿਰਪਾ ਸੰਤ ਮਿਲੇ ਮੋਹ ਤਿਨ ਤੇ ਧੀਰਜ ਪਾਇਆ। ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਮਿਲਾਪ ਹੋਇਆ, ਤੇ ਸੰਤ ਮਿਲੇ ਦੇ ਅਰਥ ਹੈ ਗੁਰੂ ਮਿਲਾਪ ਹੋਇਆ। ਜੇ ਇਹਨੂੰ ਬਹੁ ਵਚਨ 'ਚ ਲੈਣਾ ਤੇ ਗੁਰਸਿੱਖਾਂ ਦੇ ਕੋਲੋਂ ਜਦੋਂ ਗੱਲਾਂ ਸੁਣੀਆਂ, ਤਿੰਨ ਤੇ ਧੀਰਜ ਪਾਇਆ, ਉਹਨਾਂ ਤੋਂ ਹੌਸਲਾ ਮਿਲਿਆ। ਇਹ ਤਾਂ ਪੱਕੀ ਬਾਤ ਹੈ ਕਿ ਇੱਕ ਦੂਸਰੇ ਨੂੰ ਪ੍ਰੇਰਨਾ, ਗੁਰਸਿੱਖਾਂ ਨੂੰ ਗੁਰਸਿੱਖਾਂ ਤੋਂ ਪ੍ਰੇਰਨਾ ਮਿਲਦੀ ਹੈ। ਉਹ ਗੁਰਸਿੱਖ ਜਿਹਨੇ ਤੁਹਾਨੂੰ ਗੁਰਬਾਣੀ, ਗੁਰਮਤਿ ਰਾਹੀਂ ਪ੍ਰੇਰਨਾ ਦੇਣੀ ਹੁੰਦੀ ਹੈ, ਉਹ ਕਿਸੇ ਵੀ ਰੂਪ ਵਿੱਚ ਰੱਬ ਮਿਲਾ ਸਕਦਾ ਤੁਹਾਨੂੰ। ਕੋਈ ਰਿਸ਼ਤੇਦਾਰ ਦੇ ਰੂਪ ਵਿੱਚ ਹੋ ਸਕਦਾ ਹੈ, ਕੋਈ ਮਿੱਤਰ ਹੋ ਸਕਦਾ ਹੈ, ਕੋਈ ਟੀਚਰ ਹੋ ਸਕਦਾ ਹੈ। ਕਿਸੇ ਵੀ ਤਰੀਕੇ ਨਾਲ ਜਿੱਥੋਂ ਪ੍ਰੇਰਨਾ ਮਿਲੀ, ਜਿਸ ਰੱਬੀ ਰੂਹਾਂ ਤੋਂ, ਗੁਰਸਿੱਖ ਪਿਆਰਿਆਂ ਤੋਂ ਪ੍ਰੇਰਨਾ ਮਿਲਦੀ ਹੈ, ਉਹਨਾਂ ਤੋਂ ਇੱਕ ਹੌਸਲਾ ਮਿਲਦਾ ਹੈ, ਧੀਰਜ। ਵਾਹਿਗੁਰੂ ਜੀ, ਤੁਸੀਂ ਕਿਰਪਾ ਕੀਤੀ। ਗੁਰਸਿੱਖਾਂ ਦੇ ਬਚਨਾਂ ਤੋਂ ਮੈਨੂੰ
ਧੀਰਜ ਮਿਲਿਆ, ਹੌਸਲਾ ਮਿਲਿਆ। ਉਸ ਹੌਸਲੇ ਨਾਲ ਗੁਰੂ ਵੱਲ ਨੂੰ ਵਧਿਆ। ਆਖੋ ਵਾਹਿਗੁਰੂ। ਸੰਤੀ ਮੰਤ ਦਿਓ ਮੋਹਿ ਨਿਰਭਉ, ਗੁਰ ਕਾ ਸ਼ਬਦ ਕਮਾਇਆ। ਗੁਰਸਿੱਖਾਂ ਦੀ ਜ਼ੁਬਾਨ ਵਿੱਚੋਂ ਨਿਕਲੇ ਹੋਏ ਬੋਲ ਤੇ ਗੁਰਸਿੱਖਾਂ ਦੀ ਜ਼ਿੰਦਗੀ ਦੇ ਕੌਤਕ ਕਰਮ ਸਾਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਨੇ। ਸਿੱਖ ਕਦੀ ਵੀ ਆਪਣੇ ਨਾਲ ਨਹੀਂ ਜੋੜਦਾ, ਗੁਰੂ ਨਾਲ ਜੋੜਦਾ ਹੈ। ਗੁਰਸਿੱਖ ਦੂਸਰਿਆਂ ਨੂੰ ਗੁਰਬਾਣੀ ਨਾਲ, ਗੁਰਮਤਿ ਨਾਲ, ਗੁਰਸਿੱਖੀ ਨਾਲ ਜੁੜਨ ਦੀ ਪ੍ਰੇਰਨਾ ਦਿੰਦਾ ਹੈ। ਤੇ ਉਹਦੇ ਚੋਂ ਜਦੋਂ ਗੁਰੂ ਨਾਲ ਮਿਲਾਪ ਹੁੰਦਾ ਹੈ, ਸੰਤੀ ਮੰਤ ਦਿਓ ਮੋਹਿ ਨਿਰਭਉ। ਫਿਰ ਗੁਰੂ ਸਾਹਿਬ, ਮੰਤ ਦੇ ਅਰਥ ਹੈ ਸਲਾਹ, ਉਪਦੇਸ਼। ਗੁਰੂ ਸਾਹਿਬ ਉਪਦੇਸ਼ ਦਿੰਦੇ ਨੇ। ਉਹ ਜਿਹੜਾ ਉਪਦੇਸ਼ ਹੈ ਨਾ, ਉਹ ਨਿਰਭਉ ਹੈ। ਉਹ ਜਦੋਂ ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਕਮਾਇਆ, ਭਾਵ ਸੋਚ ਸੁਭਾਅ ਤੇ ਲਾਗੂ ਕਰਕੇ ਜਿਉਇਆ ਨਾ, ਫਿਰ ਇਹ ਮਾਰਗ ਦੀ ਸਮਝ ਪਈ। ਜੀਤ ਲਏ ਹੋਏ ਮਹਾਂ ਬੇਖਾਦੀ, ਸਹਿਜ ਸੁਹੇਲੀ ਬਾਣੀ। ਫਿਰ ਇਹ ਪੰਜ ਬੇਕਾਰ, ਬੇਖਾਦੀ, ਝਗੜਾ ਕਰਨ ਵਾਲੇ, ਹਮਲਾ ਕਰਨ ਵਾਲੇ, ਜੋ ਦੁਖੀ ਕਰਦੇ ਸੀ, ਬੇਖਾਦੀ, ਉਹ ਮੈਨੇਜ ਕਰਨ ਦੀ ਜੁਗਤ ਮੇਰੇ ਗੁਰੂ ਨੇ ਦਿੱਤੀ। ਤੇ ਆਤਮਿਕ ਅਡੋਲਤਾ ਦੇਣ ਵਾਲੀ ਬੜੀ ਸੁੰਦਰ ਸਰੂਪ ਬਾਣੀ, ਗੁਰੂ ਦੀ ਆਵਾਜ਼, ਸਤਿਗੁਰ ਸਰੂਪ ਨਾਲ ਮਿਲਾਪ ਹੋਇਆ। ਆਖੋ ਵਾਹਿਗੁਰੂ। ਤਹੁ ਨਾਨਕ ਮਨ ਭਇਆ ਪ੍ਰਗਾਸਾ, ਪਾਇਆ ਪਦ ਨਿਰਵਾਣੀ। ਨਾਨਕ ਜੀ ਆਖਦੇ ਹਨ, ਇਹ ਮਨ ਦੇ ਅੰਦਰ ਸੋਝੀ ਵੀ ਆ ਗਈ, ਆਨੰਦ ਵੀ ਆ ਗਿਆ। ਪ੍ਰਗਾਸਾ, ਭਇਆ ਪ੍ਰਗਾਸਾ, ਜਿਹੜਾ ਪੈਦਾ ਹੋ ਗਿਆ, ਸੋਝੀ ਆ ਗਈ। ਤੇ ਜੀਵਨ ਦੀ ਅਵਸਥਾ ਨਿਰਵਾਣੀ, ਲੋਭ ਤੋਂ ਰਹਿਤ, ਤ੍ਰਿਸ਼ਨਾ ਤੋਂ ਰਹਿਤ। ਗੁਰੂ ਦੇ ਮਾਰਗ ਤੇ ਤੁਰਨਾ ਵਿਦਾਊਟ ਐਨੀ ਐਕਸਪੈਕਟੇਸ਼ਨਸ, ਵਾਸ਼ਨਾਵਾਂ ਤੋਂ ਰਹਿਤ। ਆਪਾਂ ਵਾਰਨਾ ਗੁਰੂ ਲਈ, ਗੁਰੂ ਦੇ ਮਾਰਗ ਲਈ। ਮੰਗਾਂ ਨਹੀਂ ਰੱਖਣੀਆਂ, ਵਾਸ਼ਨਾਵਾਂ, ਇੱਛਾਵਾਂ ਨਹੀਂ ਰੱਖਣੀਆਂ। ਗੁਰੂ ਦੇ ਲਈ ਜਿਉਣਾ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।